ਸਰ ਕੌਲਿਨ ਦਾ ਪੁੱਤਰ ਮਿਸਟਰ ਬੈਟਰਮ ਆਪਣੇ ਪਿਓ ਵਾਂਗ ਖੋਟੇ ਚਾਲ ਚੱਲਣ ਦਾ ਬੰਦਾ ਨਹੀਂ ਸੀ। ਜੇ ਉਸ ਵਿੱਚ ਕੋਈ ਬੁਰਾਈ ਹੈ ਵੀ ਸੀ ਤਾਂ ਉਸ ਨੂੰ ਉਸ ਦੀ ਦ੍ਰਿੜਤਾ ਤੇ ਭਲਾਮਾਨਸੀ ਨੇ ਦਬਾ ਰੱਖਿਆ ਸੀ। ਪਿਓ ਦਾ ਹੁਕਮ ਮੰਨਣਾ ਉਹ ਆਪਣਾ ਫਰਜ਼ ਸਮਝਦਾ ਸੀ। ਇੱਥੋਂ ਤੱਕ ਕਿ ਉਸ ਦਾ ਪਿਓ ਜੇ ਕਦੇ ਉਸ ਨੂੰ ਕੋਈ ਮਾੜਾ ਕੰਮ ਕਰਨ ਲਈ ਮਜਬੂਰ ਕਰਦਾ ਸੀ ਤਾਂ ਉਹ ਉਸ ਦੀ ਪਾਲਣਾ ਲਈ ਤਿਆਰ ਹੋ ਜਾਂਦਾ ਸੀ। ਇਹੋ ਕਾਰਨ ਸੀ ਕਿ ਉਸ ਦੀ ਆਪਣੀ ਮਰਜ਼ੀ ਨਾ ਹੋਣ ਤੇ ਵੀ ਉਹ ਪਿਓ ਦੇ ਆਖੇ ਮਿਸ ਮੇਰੀਅਨ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ ਸੀ। ਪਰ ਕੁਝ ਦਿਨਾਂ ਤੋਂ ਮੇਰੀਅਨ ਦੇ ਕਹਿਣ ਤੇ ਉਸਨੇ ਇਸ ਇਰਾਦੇ ਨੂੰ ਛੱਡ ਦਿੱਤਾ ਸੀ। ਮੇਰੀਅਨ ਇਸ ਵੇਲੇ ਤੱਕ ਉਹਨਾਂ ਦੇ ਘਰ ਹੀ ਰਹਿੰਦੀ ਸੀ। ਜਦ ਮੇਰੀਅਨ ਨੇ ਸੁਣਿਆ ਕਿ ਸਰ ਕੌਲਿਨ ਦੇ ਖੂਨ ਦੇ ਜੁਰਮ ਵਿੱਚ ਮਿਸਟਰ ਡੀਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਉਹ ਇੱਕਦਮ ਵਿਆਕੁਲ ਹੋ ਉੱਠੀ। ਉਸ ਦੀ ਇਹ ਹਾਲਤ ਵੇਖ ਕੇ ਬੈਟਰਮ ਦਾ ਦਿਲ ਹੋਰ ਵੀ ਉਸ ਪ੍ਰਤੀ ਹਮਦਰਦੀ ਨਾਲ ਭਰ ਗਿਆ। ਲੰਡਨ ਮੁੜਨ ਸਾਰ ਹੀ ਮੈਰੀਅਨ ਨੂੰ ਮਾਲੂਮ ਹੋ ਗਿਆ ਕਿ ਮਿਸਟਰ ਬੈਟਰਮ ਕਿਸੇ ਹੋਰ ਸੁੰਦਰੀ ਨੂੰ ਚਾਹੁੰਦਾ ਹੈ, ਜਿਹੜੀ ਕਿ ਉਸ ਨੂੰ ਮਿਲਣ ਲਈ ਬੰਦਰਗਾਹ ਤੇ ਆਈ ਸੀ। ਮੇਰੀਅਨ ਦਿਲੋਂ ਬੜੀ ਖੁਸ਼ ਹੋਈ। ਡੀਨ ਦੀ ਗ੍ਰਿਫਤਾਰੀ ਦਾ ਹਾਲ ਸੁਣ ਕੇ ਮੇਰੀਅਨ ਪਾਗਲ ਹੋ ਰਹੀ ਹੈ, ਇਹ ਵੇਖ ਕੇ ਬੈਟਰਮ ਮੇਰੀਅਨ ਨੂੰ ਧੀਰਜ ਦੇਣ ਲੱਗਾ। ਮੇਰੀਅਨ ਨੇ ਇਸ ਦੇ ਉੱਤਰ ਵਿੱਚ ਕਿਹਾ, ਮਿਸਟਰ ਬੈਟਰਮ, ਤੁਸੀਂ ਮੈਨੂੰ ਐਵੇਂ ਉਪਦੇਸ਼ ਦੇ ਰਹੇ ਹੋ। ਜੇ ਮਿਸਟਰ ਡੀਨ ਸੱਚਮੁੱਚ ਅਪਰਾਧੀ ਹੁੰਦਾ ਤਾਂ ਉਸ ਦੇ ਫੜੇ ਜਾਣ ਤੇ ਮੈਨੂੰ ਰਤੀ ਸ਼ੋਕ ਨਾ ਹੁੰਦਾ, ਪਰ ਉਹ ਤਾਂ ਇਸ ਮਾਮਲੇ ਵਿੱਚ ਉੱਕਾ ਬੇਦੋਸ਼ ਹੈ। ਅੱਛਾ, ਤੁਸੀਂ ਹੀ ਦੱਸੋ ਕਿ ਸੱਚਮੁੱਚ ਉਸਨੇ ਤੁਹਾਡੇ ਪਿਤਾ ਦਾ ਖੂਨ ਕੀਤਾ ਹੈ? ਰੱਬ ਨਾ ਕਰੇ ਜੇ ਅਦਾਲਤ ਨੇ ਡੀਨ ਨੂੰ ਸਜ਼ਾ ਦੇ ਦਿੱਤੀ ਤਾਂ ਮਿਸਟਰ ਬੈਟਰਮ, ਤੁਸੀਂ ਸੱਚ ਦੱਸਣਾ, ਮੈਂ ਜਿਉਂਦੀ ਨਹੀਂ ਰਹਿ ਸਕਾਂਗੀ। ਬੈਟਰਨ ਫਿਕਰਮੰਦ ਹੋ ਕੇ ਕਹਿਣ ਲੱਗਾ, ਮੇਰੀਅਨ, ਪਿਤਾ ਦੇ ਸ਼ੋਕ ਨਾਲ ਮੇਰੀ ਸਾਰੀ ਅਕਲ ਮਾਰੀ ਗਈ ਹੈ। ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਕਿ ਅਸਲ ਵਿੱਚ ਮੇਰੇ ਪਿਤਾ ਦਾ ਖੂਨੀ ਕੌਣ ਹੈ। ਤੂੰ ਮੈਨੂੰ ਦੱਸ ਕਿ ਅਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਬੇਦੋਸ਼ੇ ਡੀਨ ਨੂੰ ਬਚਾ ਕੇ ਤੈਨੂੰ ਖੁਸ਼ ਕਰ ਸਕਾਂ। ਮੈਂ ਉਸ ਕੰਮ ਨੂੰ ਬੜੀ ਖੁਸ਼ੀ ਨਾਲ ਕਰਾਂਗਾ। ਮੇਰੀਅਨ ਨੇ ਧੰਨਵਾਦ ਕਰਦਿਆਂ ਹੋਇਆਂ ਕਿਹਾ, ਜੇ ਤੁਸੀਂ ਇੱਥੋਂ ਤੱਕ ਕਰਨ ਨੂੰ ਤਿਆਰ ਹੋ ਤਾਂ ਕਿਰਪਾ ਕਰਕੇ ਇੱਕ ਵਾਰੀ ਮਿਸਟਰ ਡੀਨ ਨਾਲ ਜੇਲ੍ਹ ਵਿੱਚ ਮੇਰੀ ਮੁਲਾਕਾਤ ਕਰਵਾ ਦਿਓ। ਪਰ ਇਹ ਕੀਕਣ ਹੋ ਸਕਦਾ ਹੈ? ਪੁਲਿਸ ਨੇ ਉਸ ਨੂੰ ਕਰੜੇ ਪਹਿਰੇ ਵਿੱਚ ਰੱਖਿਆ ਹੋਇਆ ਹੈ ਤੇ 1000 ਯਤਨ ਕਰਨ ਤੇ ਵੀ ਉਹ ਮਿਲਣ ਦੀ ਆਗਿਆ ਨਹੀਂ ਦੇਵੇਗੀ। ਠੀਕ ਹੈ, ਪਰ ਇੱਕ ਆਦਮੀ ਅਜਿਹਾ ਹੈ ਜਿਹੜੀ ਮੇਰੀ ਮਨਸ਼ਾ ਪੂਰੀ ਕਰ ਸਕਦਾ ਹੈ। ਉਹ ਕਿਹੜਾ? ਮਿਸਟਰ ਬਲੈਕ। ਜੇ ਕਿਸੇ ਤਰ੍ਹਾਂ ਉਸ ਨੂੰ ਮਿਲਿਆ ਜਾਂਦਾ ਤਾਂ ਜ਼ਰੂਰ ਮੇਰੀ ਮੁਰਾਦ ਪੂਰੀ ਹੋ ਜਾਂਦੀ, ਪਰ ਮੈਨੂੰ ਤਾਂ ਉਸ ਦਾ ਥਾਂ ਟਿਕਾਣਾ ਵੀ ਮਾਲੂਮ ਨਹੀਂ। ਅਜਿਹੇ ਕਈ ਮੌਕੇ ਹੁੰਦੇ ਹਨ ਜਦ ਆਦਮੀ ਦੇ ਦਿਲ ਦੀ ਖਾਹਿਸ਼ ਰੱਬ ਸਬੱਬੀ ਪੂਰੀ ਹੋ ਜਾਂਦੀ ਹੈ। ਜਿਸ ਵੇਲੇ ਇਹ ਦੋਵੇਂ ਗੱਲਾਂ ਕਰ ਰਹੇ ਸਨ, ਠੀਕ ਉਸੇ ਵੇਲੇ ਨੌਕਰ ਅੰਦਰ ਆ ਕੇ ਕਿਹਾ, ਮਿਸ ਸਾਹਿਬ, ਇੱਕ ਭਲਾ ਆਦਮੀ ਤੁਹਾਨੂੰ ਮਿਲਣ ਆਇਆ ਹੈ। ਮੇਰੀਅਨ ਦੀ ਜਦ ਕਾਰਡ ਤੇ ਨਜ਼ਰ ਪਈ ਤਾਂ ਉਹ ਅੱਖਾਂ ਭਰ ਕੇ ਕਹਿਣ ਲੱਗੀ, ਧੰਨ ਪਰਮਾਤਮਾ ਜਿਸ ਨੇ ਮੇਰੀ ਪ੍ਰਾਰਥਨਾ ਸੁਣ ਲਈ। ਮਿਸਟਰ ਬੈਟਰਮ, ਮਿਸਟਰ ਬਲੈਕ ਹੋਰੀ ਆ ਗਏ। 2 ਮਿੰਟ ਬਾਅਦ ਮਿਸਟਰ ਬਲੈਕ ਨੇ ਕਮਰੇ ਵਿੱਚ ਪ੍ਰਵੇਸ਼ ਕੀਤਾ। ਮੇਰੀਅਨ ਦੂਰੋਂ ਭੱਜ ਕੇ ਬੂਹੇ ਪਾਸ ਉਸ ਦਾ ਸਵਾਗਤ ਕਰਦੀ ਹੋਈ ਬੋਲੀ, ਮਿਸਟਰ ਬਲੈਕ, ਤੁਹਾਡੀ ਬੜੀ ਉਮਰ ਹੈ। ਮੈਂ ਅਜੇ ਹੁਣੇ ਤੁਹਾਡਾ ਜ਼ਿਕਰ ਕਰ ਰਹੀ ਸਾਂ। ਮੈਂ ਸਭ ਤੋਂ ਪਹਿਲਾਂ ਇੱਕ ਕੰਮ ਲਈ ਤੁਹਾਤੋਂ ਸਹਾਇਤਾ ਲੈਣੀ ਚਾਹੁੰਦੀ ਹਾਂ। ਇਸ ਸਮੇਂ ਮੇਰੇ ਉੱਤੇ ਬੜੀ ਵਿਪਤਾ ਆ ਗਈ ਹੈ। ਕੀ ਮੇਰੀ ਸਹਾਇਤਾ ਨਾ ਕਰੋਗੇ? ਬਲੈਕ ਬੋਲਿਆ, ਮਿਸ ਮੇਰੀਅਨ, ਧੀਰਜ ਕਰੋ, ਮੈਂ ਤੁਹਾਡੀ ਸਹਾਇਤਾ ਲਈ ਹੀ ਆਇਆ ਹਾਂ। ਬੈਟਰਮ ਵੀ ਪਾਸ ਆ ਕੇ ਬੋਲਿਆ, ਮਿਸਟਰ ਬਲੈਕ, ਕੀ ਸੱਚਮੁੱਚ ਹੀ ਤੁਸੀਂ ਇਸ ਭਾਰੀ ਵਿਪਤਾ ਦੇ ਸਮੇਂ ਸਾਡੀ ਸਹਾਇਤਾ ਲਈ ਆਏ ਹੋ? ਇਹ ਤਾਂ ਪਰਮਾਤਮਾ ਦੀ ਸਾਡੇ ਉੱਤੇ ਬੜੀ ਦਇਆ ਹੈ, ਪਰ ਇਸ ਤਰ੍ਹਾਂ ਅਚਾਨਕ ਤੁਸੀਂ ਕਿੱਕਣ ਆ ਨਿਕਲੇ? ਬਲੈਕ ਬੋਲਿਆ, ਅੱਜ ਦੇ ਅਖਬਾਰ ਵਿੱਚ ਤੁਹਾਡੇ ਪਿਤਾ ਦੇ ਕਤਲ ਦੀ ਖਬਰ ਪੜ੍ਹ ਕੇ ਦਿਲ ਨੂੰ ਬੜੀ ਸੱਟ ਲੱਗੀ ਤੇ ਇਹੋ ਜਾਣਨ ਲਈ ਆਇਆ ਹਾਂ ਕਿ ਇਹ ਘਟਨਾ ਇੱਕਦਮ ਕਿੱਕਣ ਹੋ ਗਈ। ਬੈਟਰਮ ਅੱਖਾਂ ਵਿੱਚ ਅਥਰੂ ਭਰ ਕੇ ਬੋਲਿਆ, ਮਿਸਟਰ ਬਲੈਕ, ਮੈਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਪਿਤਾ ਜੀ ਮੈਨੂੰ ਇਸ ਤਰ੍ਹਾਂ ਯਤੀਮ ਕਰਕੇ ਚਲੇ ਜਾਣਗੇ। ਮਿਸਟਰ ਬਲੈਕ ਨੇ ਹਮਦਰਦੀ ਭਰੀ ਆਵਾਜ਼ ਵਿੱਚ ਕਿਹਾ, ਸੱਚਮੁੱਚ ਇਹ ਘਟਨਾ ਬੜੀ ਦੁਖਦਾਈ ਹੈ, ਪਰ ਮਿਸਟਰ ਬੈਟਰਮ, ਸਬਰ ਕਰੋ। ਧੀਰਜ ਨੂੰ ਛੱਡਿਆਂ ਕੁਝ ਨਹੀਂ ਬਣਨਾ। ਮੈਨੂੰ ਇਹ ਦੁਖਦਾਈ ਖਬਰ ਸੁਣ ਕੇ ਬੜਾ ਕਸ਼ਟ ਹੋ ਰਿਹਾ ਹੈ।
ਤੁਸੀਂ ਭਰੋਸਾ ਰੱਖੋ ਕਿ ਇਸ ਮਾਮਲੇ ਵਿੱਚ ਮੈਂ ਸਾਰਾ ਜ਼ੋਰ ਲਾ ਕੇ ਤੁਹਾਡੀ ਮਦਦ ਕਰਾਂਗਾ। ਪਰ ਸਭ ਤੋਂ ਪਹਿਲਾਂ ਮੈਂ ਇਸ ਮਾਮਲੇ ਦੀ ਕੁਝ ਪੜਤਾਲ ਕਰਨੀ ਚਾਹੁੰਦਾ ਹਾਂ। ਤੁਸੀਂ ਸਾਰਾ ਹਾਲ ਜਿਉਂ ਦਾ ਤਿਉਂ ਮੈਨੂੰ ਸੁਣਾਓ। ਬੈਟਰਮ ਬੋਲਿਆ, ਮੇਰੀਅਨ, ਤੂੰ ਵੀ ਸ਼ਾਂਤ ਹੋ ਕੇ ਸੁਣ। ਮੈਂ ਸਾਰਾ ਹਾਲ ਸਿਲਸਿਲੇਵਾਰ ਸੁਣਾਉਂਦਾ ਹਾਂ। ਤੂੰ ਤੀਵੀਂ ਹੈ, ਮੈਂ ਜਾਣਦਾ ਹਾਂ ਕਿ ਇਹ ਹਾਲ ਸੁਣ ਕੇ ਤੂੰ ਘਾਬਰ ਉੱਠੇਂਗੀ, ਪਰ ਧੀਰਜ ਰੱਖਣਾ ਚਾਹੀਦਾ ਹੈ। ਹਾਂ ਮਿਸਟਰ ਬਲੈਕ, ਰਤਾ ਧਿਆਨ ਨਾਲ ਸੁਣੋ। ਪਰਸੋਂ ਮਿਸਟਰ ਡੀਨ ਸਾਡੇ ਘਰ ਮੇਰੀਅਨ ਨੂੰ ਮਿਲਣ ਲਈ ਆਇਆ ਸੀ। ਤੁਸੀਂ ਇਹ ਸੁਣ ਕੇ ਪ੍ਰਸੰਨ ਹੋਵੋਗੇ ਕਿ ਮੈਂ ਹੁਣ ਮੇਰੀਅਨ ਨਾਲ ਵਿਆਹ ਕਰਾਉਣ ਦਾ ਖਿਆਲ ਛੱਡ ਦਿੱਤਾ ਹੈ। ਪਿਤਾ ਹੋਰੀ ਮੇਰੀ ਤਬੀਅਤ ਤੋਂ ਵਾਕਿਫ ਨਹੀਂ ਸਨ। ਉਹ ਖਿਆਲ ਕਰਦੇ ਸਨ ਕਿ ਮੈਂ ਮੇਰੀਅਨ ਨੂੰ ਚਾਹੁੰਦਾ ਹਾਂ। ਇਸੇ ਕਰਕੇ ਉਹ ਨਹੀਂ ਸਨ ਚਾਹੁੰਦੇ ਕਿ ਡੀਨ ਸਾਡੇ ਘਰ ਆਵੇ। ਸੋ ਜਦ ਪਿਤਾ ਜੀ ਨੂੰ ਪਤਾ ਲੱਗਾ ਕਿ ਮਿਸਟਰ ਡੀਨ ਮੇਰੀਅਨ ਨੂੰ ਮਿਲਣ ਆਇਆ ਹੈ ਤਾਂ ਉਹ ਗੁੱਸੇ ਵਿੱਚ ਲਾਲ ਹੋ ਗਏ। ਦੋਹਾਂ ਨੂੰ ਇਕੱਠਿਆਂ ਬੈਠਿਆਂ ਵੇਖ ਕੇ ਉਹ ਗੁੱਸੇ ਨਾਲ ਕੰਬਦੇ ਹੋਏ ਬੋਲੇ, ਮੇਰੇ ਹੁੰਦਿਆਂ ਤੁਸੀਂ ਲੋਕ ਇਸ ਤਰ੍ਹਾਂ ਪ੍ਰੇਮ ਨਹੀਂ ਕਰ ਸਕਦੇ। ਮੈਂ ਜਿਉਂਦੇ ਜੀ ਕਦੇ ਤੁਹਾਡੇ ਦੋਹਾਂ ਦਾ ਮੇਲ ਨਹੀਂ ਹੋਣ ਦਿਆਂਗਾ। ਡੀਨ ਵੀ ਅੱਗੋਂ ਬੋਲ ਪਿਆ। ਇਸ ਤੋਂ ਬਾਅਦ ਉਹਨਾਂ ਨੇ ਡੀਨ ਦੇ ਚਪੇੜਾਂ ਵੀ ਜੜ ਦਿੱਤੀਆਂ। ਡੀਨ ਕਮਜ਼ੋਰ ਜਾਂ ਕਾਇਰ ਨਹੀਂ ਸੀ। ਉਹ ਇਸ ਬੇਇੱਜ਼ਤੀ ਨੂੰ ਨਾ ਸਹਿ ਸਕਿਆ। ਉਹ ਪਿਤਾ ਜੀ ਨੂੰ ਕੁਸੁੰਨ ਮਾਰਨ ਹੀ ਲੱਗਾ ਸੀ ਕਿ ਮੇਰੀਅਨ ਨੇ ਉਸ ਦਾ ਹੱਥ ਫੜ ਲਿਆ। ਫਿਰ ਉਹ ਕੁਝ ਸ਼ਾਂਤ ਹੋ ਗਿਆ। ਇਸ ਤੋਂ ਬਾਅਦ ਪਿਤਾ ਜੀ ਨੇ ਨੌਕਰ ਨੂੰ ਸੱਦ ਕੇ ਕਿਹਾ, ਇਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਡੀਨ ਛੇਤੀ ਨਾਲ ਉੱਥੋਂ ਚਲਾ ਗਿਆ ਤੇ ਜਾਂਦਾ ਹੋਇਆ ਕਹਿ ਗਿਆ, ਸਰ ਕੌਲਿਨ, ਮੈਂ ਇਸ ਬੇਇੱਜ਼ਤੀ ਦਾ ਬਦਲਾ ਚੰਗੀ ਤਰ੍ਹਾਂ ਲਵਾਂਗਾ। ਘਰ ਵਿੱਚ ਰੌਲਾ ਪੈਂਦਾ ਵੇਖ ਕੇ ਘਰ ਦੇ ਸਭ ਬੰਦੇ ਇਕੱਠੇ ਹੋ ਗਏ। ਸਭ ਨੇ ਡੀਨ ਦੀ ਉਪਰੋਕਤ ਗੱਲ ਸੁਣੀ। ਬਲੈਕ ਬੋਲਿਆ, ਅੱਛਾ, ਇਸ ਤੋਂ ਬਾਅਦ ਕੀ ਹੋਇਆ? ਮੇਰੀਅਨ ਬੋਲੀ, ਇਸ ਤੋਂ ਬਾਅਦ ਡੀਨ ਗੁੱਸੇ ਨਾਲ ਬੁੜਬੁੜਾਉਂਦਾ ਚਲਾ ਗਿਆ। ਫਿਰ ਸੰਧਿਆ ਤੱਕ ਕੋਈ ਨਵੀਂ ਗੱਲ ਨਹੀਂ ਹੋਈ। ਬੈਟਰਮ ਬੋਲਿਆ, ਉਸ ਘਟਨਾ ਤੋਂ ਬਾਅਦ ਮੈਂ ਵੀ ਬਾਹਰ ਚਲਾ ਗਿਆ, ਕਿਉਂਕਿ ਸ਼ਾਮ ਦੇ 7 ਵਜੇ ਮੈਂ ਇੱਕ ਦੋਸਤ ਦੇ ਘਰ ਜਾਣਾ ਸੀ। ਮੇਰੀਅਨ ਬੋਲੀ, ਰਾਤ ਨੂੰ ਆਪਣੇ ਕਮਰੇ ਵਿੱਚ ਬੈਠਿਆ ਮੈਂ ਸੁਣਿਆ ਮਾਨੋ ਕੋਈ ਪੀੜ ਨਾਲ ਚੀਕ ਰਿਹਾ ਹੈ। ਆਵਾਜ਼ ਸਰ ਕੌਲਿਨ ਦੇ ਪੜਨ ਵਾਲੇ ਕਮਰੇ 'ਚੋਂ ਆ ਰਹੀ ਸੀ। ਮੈਂ ਭੱਜੀ ਉਸ ਦੇ ਕਮਰੇ ਵਿੱਚ ਗਈ। ਉੱਥੇ ਜਾ ਕੇ ਮੈਂ ਜੋ ਕੁਝ ਦੇਖਿਆ, ਉਸ ਨਾਲ ਮੇਰੇ ਹੋਸ਼ ਹਵਾਸ ਗੁੰਮ ਹੋਣ ਲੱਗੇ। ਮੈਂ ਵੇਖਿਆ ਕੋਈ ਸ਼ੈਤਾਨ ਉਹਨਾਂ ਦਾ ਖੂਨ ਕਰਕੇ ਨੱਸ ਗਿਆ ਹੈ। ਉਹ ਧਰਤੀ ਤੇ ਚਿੱਤ ਪਏ ਸਨ। ਕਮਰੇ ਦੇ ਸਭ ਦਰਵਾਜ਼ੇ ਤੇ ਬਾਰੀਆਂ ਖੁੱਲੀਆਂ ਹੋਈਆਂ ਸਨ। ਮੈਂ ਖਿਆਲ ਕੀਤਾ ਕਿ ਇਹਨਾਂ ਹੀ ਦਰਵਾਜ਼ਿਆਂ ਵਿੱਚੋਂ ਕਿਸੇ ਥਾਣੀ ਖੂਨੀ ਭੱਜ ਗਿਆ ਹੈ। ਸਾਰੇ ਨੌਕਰ ਇਕੱਠੇ ਹੋ ਕੇ ਖੂਨੀ ਨੂੰ ਲੱਭਣ ਲੱਗੇ। ਬੈਟਰਮ, ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਸੁਣਾਉਣ ਨਾਲ ਮੇਰੀਅਨ ਨੂੰ ਕਸ਼ਟ ਹੋਵੇਗਾ, ਇਸ ਲਈ ਮੈਂ ਹੀ ਸੁਣਾਉਂਦਾ ਹਾਂ। ਨੌਕਰ ਘਰ ਦੇ ਹਰ ਪਾਸੇ ਭੱਜਣ ਲੱਗੇ। ਇਸ ਵੇਲੇ ਉਹਨਾਂ ਦੀ ਨਜ਼ਰ ਵਿਹੜੇ ਵਿੱਚ ਫੱਟਣ ਹੋਏ ਮਿਸਟਰ ਡੀਨ ਤੇ ਪਈ। ਆਪਣੇ ਵੱਲ ਲੋਕਾਂ ਨੂੰ ਆਉਂਦਾ ਵੇਖ ਕੇ ਮਿਸਟਰ ਡੀਨ ਪਾਗਲਾਂ ਵਾਂਗ ਉੱਠ ਭੱਜਿਆ। ਮਾਲੂਮ ਹੋਇਆ ਕਿ ਉਸਦੇ ਸਿਰ ਵਿੱਚ ਸਖਤ ਚੋਟ ਲੱਗੀ ਹੈ, ਜਿਸ ਕਰਕੇ ਉਹ ਨੱਸ ਨਾ ਸਕਿਆ। ਡੀਨ ਦੇ ਹੱਥ ਵਿੱਚ ਆਬਨੂਸ ਦਾ ਇੱਕ ਮੋਟਾ ਰੂਲ ਸੀ, ਜਿਹੜਾ ਸਦਾ ਪਿਤਾ ਜੀ ਦੀ ਮੇਜ਼ ਤੇ ਪਿਆ ਹੁੰਦਾ ਸੀ। ਰੂਲ ਨਾਲ ਲਹੂ ਦੇ ਦਾਗ ਵੇਖੇ ਗਏ। ਉਹਨਾਂ ਦਾਗਾਂ ਵਿੱਚ 2-4 ਸਿਰ ਦੇ ਵਾਲ ਵੀ ਸਨ। ਇਸ ਤੋਂ ਸਾਰਿਆਂ ਨੂੰ ਪੂਰਾ ਸ਼ੱਕ ਹੋ ਗਿਆ ਕਿ ਅੱਜ ਹੀ ਪਿਤਾ ਜੀ ਨੇ ਡੀਨ ਦੀ ਬੇਇੱਜ਼ਤੀ ਕੀਤੀ ਸੀ। ਸੋ ਉਹ ਉਸ ਵੇਲੇ ਮੌਕਾ ਪਾ ਕੇ ਬਦਲਾ ਲੈਣ ਲਈ ਉਹਨਾਂ ਦੇ ਕਮਰੇ ਵਿੱਚ ਜਾ ਵੜਿਆ ਤੇ ਰੂਲ ਨਾਲ ਉਸਨੇ ਉਹਨਾਂ ਦਾ ਖੂਨ ਕਰ ਦਿੱਤਾ। ਮਿਸਟਰ ਬਲੈਕ ਨੇ ਗੰਭੀਰਤਾ ਨਾਲ ਕਹਾਣੀ ਸੁਣੀ ਤੇ ਬੈਟਰਮ ਨੂੰ ਕਿਹਾ, ਪਰ ਮੈਂ ਤਾਂ ਅਖਬਾਰਾਂ ਵਿੱਚ ਪੜ੍ਹਿਆ ਸੀ ਜੋ ਤੁਹਾਡੇ ਪਿਤਾ ਦਾ ਖੂਨ ਛੁਰੀ ਨਾਲ ਕੀਤਾ ਗਿਆ ਸੀ। ਇਹ ਠੀਕ ਹੈ, ਉਹਨਾਂ ਦਾ ਖੂਨ ਛੁਰੀ ਨਾਲ ਹੀ ਕੀਤਾ ਗਿਆ ਹੈ। ਜੇ ਇਹ ਠੀਕ ਹੈ ਤਾਂ ਫਿਰ ਰੂਲ ਨਾਲ ਲਹੂ ਦੇ ਦਾਗ ਕਿੱਥੋਂ ਆ ਗਏ ਤੇ ਉਸ ਨਾਲ ਸਿਰ ਦੇ ਵਾਲ ਵੀ? ਅੱਛਾ, ਜਿਸ ਛੁਰੀ ਨਾਲ ਖੂਨ ਕੀਤਾ ਗਿਆ ਸੀ, ਕਿ ਉਹ ਵੀ ਫੜੇ ਜਾਣ ਸਮੇਂ ਡੀਨ ਦੇ ਹੱਥ ਵਿੱਚ ਸੀ? ਜੀ ਨਹੀਂ। ਕਿਤੇ ਢੂੰਡਣ ਤੇ ਵੀ ਨਹੀਂ ਮਿਲੀ? ਜੀ ਨਹੀਂ। ਅੱਛਾ ਬੈਟਰਮ, ਮੈਂ ਤੁਹਾਡੇ ਪਿਤਾ ਦੀ ਲੋਥ ਵੇਖ ਸਕਦਾ ਹਾਂ? ਕਿਉਂ ਨਹੀਂ, ਚਲੋ। ਮਿਸਟਰ ਬਲੈਕ ਤੇ ਬੈਟਰਮ ਨੇ ਸਰ ਕੌਲਿਨ ਦੇ ਰੀਡਿੰਗ ਰੂਮ ਵਿੱਚ ਪ੍ਰਵੇਸ਼ ਕੀਤਾ। ਉਸ ਵੇਲੇ ਕਮਰੇ ਵਿੱਚ ਇੱਕ ਫਰਸ਼ੀ ਲੈਂਪ ਜਗ ਰਿਹਾ ਸੀ। ਉਸੇ ਚਾਨਣ ਵਿੱਚ ਮਿਸਟਰ ਬਲੈਕ ਨੇ ਲੋਥ ਦੀ ਦੇਖਭਾਲ ਕੀਤੀ। ਕਈ ਮਿੰਟ ਚੁੱਪ ਰਹਿਣ ਤੋਂ ਬਾਅਦ ਮਿਸਟਰ ਬਲੈਕ ਨੇ ਬੈਟਰਮ ਨੂੰ ਕਿਹਾ, ਤੁਹਾਡੇ ਪਿਤਾ ਦੀ ਮੌਤ ਛੁਰੀ ਨਾਲ ਹੀ ਹੋਈ ਹੈ। ਬੈਟਰਮ ਬੋਲਿਆ, ਡਾਕਟਰ ਨੇ ਵੀ ਇਹੋ ਦੱਸਿਆ ਸੀ, ਪਰ ਮੇਰੇ ਲਈ ਤਾਂ ਰੂਲ ਤੇ ਛੁਰੀ ਇੱਕ ਬਰਾਬਰ ਹੀ ਹਨ। ਪਿਤਾ ਜੀ ਤਾਂ ਮਾਰੀ ਗਏ,
ਬਲੈਕ, ਹਾਂ ਤੁਹਾਡੇ ਲਈ ਤਾਂ ਇੱਕੋ ਹੀ ਗੱਲ ਹੈ, ਪਰ ਮੇਰੇ ਭਾਣੇ ਦੋਵੇਂ ਵੱਖੋ ਵੱਖ ਹਨ। ਮੈਂ ਤਾਂ ਸਾਫ਼ ਸਮਝਦਾ ਹਾਂ ਕਿ ਉਹਨਾਂ ਦੀ ਮੌਤ ਛੁਰੀ ਨਾਲ ਹੋਈ ਹੈ ਤੇ ਛੁਰੀ ਵੀ ਕਿਤੋਂ ਨਾ ਕਿਤੋਂ ਜ਼ਰੂਰ ਲੱਭ ਪਵੇਗੀ। ਖੈਰ, ਇਹਨਾਂ ਗੱਲਾਂ ਨੂੰ ਫਿਰ ਸੋਚਾਂਗੇ। ਹੁਣ ਮੈਂ ਤੁਹਾਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ। ਤੁਸੀਂ ਦੱਸ ਸਕਦੇ ਹੋ ਕਿ ਇਸ ਘਟਨਾ ਵਾਲੀ ਸੰਧਿਆ ਨੂੰ ਕੋਈ ਆਦਮੀ ਤੁਹਾਡੇ ਪਿਤਾ ਨੂੰ ਮਿਲਣ ਆਇਆ ਸੀ? ਬੈਟਰਮ, ਇਹੋ ਗੱਲ ਮੇਥੋਂ ਪੁਲਿਸ ਵਾਲਿਆਂ ਨੇ ਵੀ ਪੁੱਛੀ ਸੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਉਸ ਵੇਲੇ ਮੈਂ ਕਿਸੇ ਦੋਸਤ ਦੇ ਘਰ ਸਾਂ। ਘਰ ਆ ਕੇ ਜਦ ਮੈਂ ਇਹ ਘਟਨਾ ਵੇਖੀ ਤਾਂ ਸਾਰੇ ਨੌਕਰਾਂ ਨੂੰ ਬੁਲਾ ਕੇ ਪੁੱਛਿਆ। ਸਭ ਨੇ ਨਹੀਂ ਵਿੱਚ ਉੱਤਰ ਦਿੱਤਾ। ਬਲੈਕ ਬੋਲਿਆ, ਅੱਛਾ, ਉਸ ਦਿਨ ਉਹਨਾਂ ਪਾਸ ਕਿਸੇ ਤਰ੍ਹਾਂ ਦੀ ਚਿੱਠੀ ਚਪੌਟੀ ਤਾਂ ਨਹੀਂ ਆਈ ਸੀ? ਬੈਟਰਮ ਬੋਲਿਆ, ਚਿੱਠੀ ਤਾਂ ਹਰ ਡਾਕ ਵਿੱਚ ਉਹਨਾਂ ਪਾਸ ਅਨੇਕਾਂ ਹੁੰਦੀਆਂ ਸਨ। ਬਲੈਕ, ਮੇਰੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਦਿਨਾਂ ਵਿੱਚ ਤੁਹਾਡੇ ਪਿਤਾ ਨੂੰ ਕੋਈ ਅਜਿਹੀ ਚਿੱਠੀ ਤਾਂ ਨਹੀਂ ਆਈ ਸੀ ਜਿਸ ਨੂੰ ਪੜ੍ਹ ਕੇ ਉਹਨਾਂ ਦਾ ਦਿਲ ਬੇਚੈਨ ਹੋ ਗਿਆ ਹੋਵੇ ਅਥਵਾ ਚਿਹਰੇ ਤੇ ਘਬਰਾਹਟ ਦੇ ਚਿੰਨ੍ਹ ਮਾਲੂਮ ਹੋਏ ਹੋਣ। ਮੈਂ ਗੱਲ ਖੋਲ ਕੇ ਹੀ ਕਿਉਂ ਨਾ ਦੱਸ ਦਿਆਂ, ਇੰਨੀ ਦਿਨੀ ਗੈਰਿਕ ਡਾਕੂ ਦਾ ਕੋਈ ਖਤ ਉਹਨਾਂ ਨੂੰ ਆਇਆ ਸੀ? ਬੈਟਰਮ, ਗੈਰਿਕ? ਕੀ ਤੁਹਾਡੇ ਖਿਆਲ ਵਿੱਚ ਇਹ ਉਸ ਦਾ ਕੰਮ ਹੈ? ਬਲੈਕ, ਮੈਂ ਤਾਂ ਤੁਹਾਡੇ ਪਿਤਾ ਨੂੰ ਉਦੋਂ ਹੀ ਸੁਚੇਤ ਕਰ ਦਿੱਤਾ ਸੀ ਕਿ ਉਸ ਤੋਂ ਬਚ ਕੇ ਰਹਿਣ। ਮੇਰੀ ਸਮਝ ਵਿੱਚ ਜਿਸ ਆਦਮੀ ਨੂੰ ਖੂਨ ਦੇ ਸ਼ੱਕ ਵਿੱਚ ਫੜਿਆ ਗਿਆ ਹੈ ਉਹ ਇਸ ਮਾਮਲੇ ਵਿੱਚ ਉੱਕਾ ਨਿਰਦੋਸ਼ ਹੈ। ਅੱਛਾ, ਸਭ ਤੋਂ ਪਹਿਲਾਂ ਛੁਰੀ ਦੀ ਢੂੰਡ ਕਰਨੀ ਚਾਹੀਦੀ ਹੈ। ਹਾਂ ਮਿਸਟਰ ਬੈਟਰਮ, ਤੁਸੀਂ ਮੇਰੇ ਪ੍ਰਸ਼ਨ ਦਾ ਕੋਈ ਉੱਤਰ ਨਹੀਂ ਦਿੱਤਾ। ਬੈਟਰਮ, ਮੇਰੀ ਸਮਝ ਵਿੱਚ ਉਹਨਾਂ ਨੂੰ ਅਜਿਹੀ ਕੋਈ ਚਿੱਠੀ ਨਹੀਂ ਸੀ ਮਿਲੀ। ਉਹ ਕੱਲ ਵੱਡੇ ਵੇਲੇ ਮੈਨੂੰ ਕਹਿ ਰਹੇ ਸਨ ਕਿ ਮੇਰੀ ਸਮਝ ਵਿੱਚ ਗੈਰਿਕ ਸਮੁੰਦਰ ਵਿੱਚ ਡੁੱਬ ਕੇ ਮਰ ਗਿਆ ਹੈ ਤੇ ਹੁਣ ਸਾਨੂੰ ਉਸ ਦਾ ਕੋਈ ਖਤਰਾ ਨਹੀਂ। ਬਲੈਕ, ਜੇ ਤੁਹਾਡੇ ਪਿਤਾ ਨੂੰ ਉਸ ਦੀ ਤਾਕਤ ਦਾ ਪਤਾ ਹੁੰਦਾ ਤਾਂ ਉਹ ਕਦੇ ਅਜਿਹਾ ਖਿਆਲ ਨਾ ਕਰਦੇ। ਉਹ ਆਪਣਾ ਬਦਲਾ ਲੈਣ ਦੀ ਧੁਨ ਵਿੱਚ ਜੇ 10 ਵਰ੍ਹੇ ਵੀ ਚੁੱਪ ਬੈਠਾ ਰਹੇ ਤਾਂ ਵੀ ਕੋਈ ਅਚਰਜ ਨਹੀਂ। ਇਸ ਤੋਂ ਬਾਅਦ ਮਿਸਟਰ ਬਲੈਕ ਨੇ ਉਸ ਕਮਰੇ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਸਰ ਕੌਲਿਨ ਜਿਸ ਥਾਂ ਮਾਰਿਆ ਗਿਆ ਸੀ ਉਸ ਹਾਲਤ ਵਿੱਚ ਉਸੇ ਥਾਂ ਉਸ ਦੀ ਲੋਥ ਹੁਣ ਤੱਕ ਪਈ ਸੀ। ਮਿਸਟਰ ਬਲੈਕ ਚੰਗੀ ਤਰ੍ਹਾਂ ਸਮਝ ਗਿਆ ਕਿ ਮਰਨ ਤੋਂ ਪਹਿਲਾਂ ਸਰ ਕੌਲਿਨ ਤੇ ਖੂਨੀ ਵਿੱਚ ਚੰਗੀ ਹੱਥੋਂ ਪਾਈ ਹੁੰਦੀ ਰਹੀ ਹੈ। ਕੁਰਸੀਆਂ ਉਲਟੀਆਂ ਪਈਆਂ ਸਨ, ਤਾਕਾਂ ਦੇ ਸ਼ੀਸ਼ੇ ਟੁੱਟੇ ਪਏ ਸਨ ਤੇ ਫਰਸ਼ ਤੇ ਗਲੀਚਾ ਵੀ ਥਾਂ-ਥਾਂ ਤੋਂ ਇਕੱਠਾ ਹੋਇਆ ਸੀ। ਸਭ ਕੁਝ ਦੇਖ ਭਾਲ ਕੇ ਮਿਸਟਰ ਬਲੈਕ ਨੇ ਮੇਜ਼ ਤੇ ਪਏ ਕਾਗਜ਼ਾਂ ਦੀ ਫੋਲਾ-ਫਾਲੀ ਸ਼ੁਰੂ ਕੀਤੀ। ਬਹੁਤ ਸਾਰੀ ਮਿਹਨਤ ਤੋਂ ਬਾਅਦ ਉਸਨੂੰ ਇੱਕ ਵਿਜ਼ਿਟਿੰਗ ਕਾਰਡ ਲੱਭਾ। ਕਾਰਡ ਤੋਂ ਨਾਂ ਪੜ੍ਹ ਕੇ ਮਿਸਟਰ ਬਲੈਕ ਨੇ ਬੇਟਰਮ ਤੋਂ ਪੁੱਛਿਆ, ਮੈਕਸ ਵੈਨਰੇਟਰ ਨਾਂ ਦਾ ਕਿਹੜਾ ਮੁਲਕ ਹੈ? ਬੈਟਰਮ, ਨਾਂ ਤੋਂ ਤਾਂ ਕੋਈ ਜਰਮਨੀ ਦਾ ਆਦਮੀ ਮਾਲੂਮ ਹੁੰਦਾ ਹੈ, ਪਰ ਮੈਂ ਉਹਨਾਂ ਨੂੰ ਕਦੇ ਨਹੀਂ ਦੇਖਿਆ। ਹਾਂ, ਪਿਤਾ ਜੀ ਨੇ ਕੱਲ ਮੈਨੂੰ ਕਿਹਾ ਸੀ ਕਿ ਇੱਕ ਜਰਮਨ ਦਾ ਰਈਸ ਅੱਜ ਮੈਨੂੰ ਮਿਲਣ ਆਵੇਗਾ। ਬਲੈਕ, ਤਾਂ ਮਾਲੂਮ ਹੁੰਦਾ ਹੈ ਕਿ ਕੱਲ ਜਾਂ ਰਾਤੀ ਉਹੀ ਆਦਮੀ ਤੁਹਾਡੇ ਪਿਤਾ ਨੂੰ ਮਿਲਣ ਆਇਆ ਹੋਵੇਗਾ। ਉਸ ਦੇ ਆਉਣ ਦੀ ਤੁਹਾਨੂੰ ਕੋਈ ਖਬਰ ਹੈ? ਬੈਟਰਮ, ਨਹੀਂ, ਮੈਨੂੰ ਤਾਂ ਕੋਈ ਖਬਰ ਨਹੀਂ, ਪਰ ਠਹਿਰੋ, ਨੌਕਰਾਂ ਤੋਂ ਪਤਾ ਕਰਦਾ ਹਾਂ। ਉਸਨੇ ਸਾਰੇ ਨੌਕਰਾਂ ਪਾਸੋਂ ਪੁੱਛਿਆ, ਪਰ ਸਭ ਨੇ ਇਹੋ ਕਿਹਾ ਕਿ ਕੋਈ ਓਪਰਾ ਆਦਮੀ ਨਹੀਂ ਸੀ ਆਇਆ। ਅੰਤ ਮਿਸਟਰ ਬਲੈਕ ਨੇ ਕਾਰਡ ਜੇਬ ਵਿੱਚ ਰੱਖ ਲਿਆ। ਥੋੜੀ ਦੇਰ ਬਾਅਦ ਉਸਨੇ ਕਿਹਾ, ਮਿਸਟਰ ਬੈਟਰਮ, ਕਿਰਪਾ ਕਰਕੇ ਆਪਣੇ ਬੂਟ ਤਾਂ ਜ਼ਰਾ ਮੈਨੂੰ ਦੱਸੋ। ਨੌਕਰ ਝੱਟ ਬੂਟ ਲੈ ਆਇਆ। ਮਿਸਟਰ ਬਲੈਕ ਉਸਨੂੰ ਵੇਖ ਕੇ ਬੋਲਿਆ, ਬਸ ਹੁਣ ਇਸ ਦੀ ਲੋੜ ਨਹੀਂ ਹੈ, ਜਿੱਥੋਂ ਲਿਆਂਦਾ ਹੈ ਉੱਥੇ ਰੱਖ ਦਿਓ। ਬੈਟਰਮ ਇਸ ਗੱਲ ਦਾ ਕੁਝ ਵੀ ਮਤਲਬ ਨਾ ਸਮਝ ਕੇ ਬੋਲਿਆ, ਮਿਸਟਰ ਬਲੈਕ, ਬੂਟ ਦੇਖਣ ਤੋਂ ਤੁਹਾਡਾ ਕੀ ਮਤਲਬ ਸੀ? ਬਲੈਕ, ਮਤਲਬ ਇਹ ਹੈ ਕਿ ਤੁਹਾਡੇ ਪਿਤਾ ਨੂੰ ਮਿਲਣ ਲਈ ਕੋਈ ਨਾ ਕੋਈ ਜ਼ਰੂਰ ਆਇਆ ਸੀ। ਤੁਸੀਂ ਇਸ ਗਲੀਚੇ ਵਿੱਚ ਧਿਆਨ ਨਾਲ ਦੇਖੋ। ਇਸ ਉੱਤੇ ਕਿਸੇ ਦੇ ਸੱਜੇ ਪੈਰ ਦਾ ਨਿਸ਼ਾਨ ਸਾਫ਼ ਦਿਸਦਾ ਹੈ। ਇਹ ਦਾਗ ਬਹੁਤ ਹੀ ਛੋਟੇ ਪੈਰ ਦਾ ਹੈ ਤੇ ਤੁਹਾਡੇ ਪਿਤਾ ਦਾ ਪੈਰ ਵੱਡਾ ਹੈ। ਜੇ ਕੋਈ ਕਹੇ ਡੀਨ ਦੇ ਪੈਰ ਦਾ ਨਿਸ਼ਾਨ ਹੈ ਤਾਂ ਇਹ ਗੱਲ ਮੈਂ ਇੱਕਦਮ ਨਹੀਂ ਮੰਨ ਸਕਦਾ। ਜਿੱਥੋਂ ਤੱਕ ਮੈਨੂੰ ਯਾਦ ਹੈ, ਡੀਨ ਇਸ ਤਰ੍ਹਾਂ ਦਾ ਬੂਟ ਨਹੀਂ ਪਾਉਂਦਾ ਹੁੰਦਾ। ਸੋ ਡੀਨ ਤੋਂ ਬਿਨਾਂ ਕੋਈ ਹੋਰ ਆਦਮੀ ਜ਼ਰੂਰ ਇਸ ਕਮਰੇ ਵਿੱਚ ਆਇਆ ਸੀ। ਅੱਛਾ, ਹੁਣ ਇਸ ਕਮਰੇ ਦੀ ਪੜਤਾਲ ਖਤਮ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਮਿਸਟਰ ਬਲੈਕ ਵਿਹੜੇ ਵਿੱਚ ਆ ਕੇ ਹਰ ਚੀਜ਼ ਦੀ ਪੜਤਾਲ ਕਰਨ ਲੱਗਾ। ਅੰਤ ਉਹ ਇੱਕ ਬਾਰੀ ਕੋਲ ਆ ਕੇ ਖੜਾ ਹੋ ਗਿਆ। ਇਸ ਬਾਰੀ ਦੇ ਹੇਠਾਂ ਇੱਕ ਪੱਥਰ ਦਾ ਚਬੂਤਰਾ ਸੀ। ਬਲੈਕ ਨੂੰ ਸ਼ੱਕ ਹੋਇਆ ਕਿ ਸ਼ਾਇਦ ਖੂਨੀ
ਇਸੇ ਬਾਰੀ ਥਾਣੀ ਭੱਜਿਆ ਹੋਵੇ, ਪਰ ਉਸਨੂੰ ਉੱਥੇ ਕਿਸੇ ਦੇ ਪੈਰ ਦਾ ਕੋਈ ਵੀ ਨਿਸ਼ਾਨ ਦਿਖਾਈ ਨਾ ਦਿੱਤਾ, ਕਿਉਂਕਿ ਰਾਤ ਨੂੰ ਤਰੇਲ ਪੈਣ ਕਰਕੇ ਸਭ ਤਰ੍ਹਾਂ ਦੇ ਖੁਰੇ ਮਿਟ ਚੁੱਕੇ ਸਨ। ਫਿਰ ਉਹ ਉਸ ਦਰਖਤ ਹੇਠਾਂ ਪੁੱਜਾ ਜਿੱਥੇ ਫੱਟੜ ਡੀਨ ਨੂੰ ਦੇਖਿਆ ਗਿਆ ਸੀ। ਉੱਥੇ ਉਸਨੇ ਪੈਰਾਂ ਦੇ ਕੁਝ ਨਿਸ਼ਾਨ ਵੇਖ ਕੇ ਕਿਹਾ, ਮਿਸਟਰ ਬੈਟਰਮ, ਇਹ ਵੇਖੋ। ਉਸੇ ਛੋਟੇ ਪੈਰ ਦੇ ਨਿਸ਼ਾਨ ਦੇ ਨਾਲ ਹੀ ਵੱਡੇ ਪੈਰ ਤੇ ਚੌੜੀ ਟੋ ਵਾਲੇ ਬੂਟ ਦਾ ਨਿਸ਼ਾਨ ਵੀ ਨਿਸ਼ਚਾ ਹੀ ਮਿਸਟਰ ਡੀਨ ਦਾ ਹੈ। ਵੇਖਣ ਤੋਂ ਪਤਾ ਲੱਗਦਾ ਹੈ ਕਿ ਮਿਸਟਰ ਡੀਨ ਬੜੀ ਤੇਜ਼ੀ ਨਾਲ ਦੌੜਿਆ ਸੀ, ਪਰ ਬਹੁਤ ਦੂਰ ਨਹੀਂ ਜਾ ਸਕਿਆ। ਇਹ ਵੇਖੋ, ਮਾਲੂਮ ਹੁੰਦਾ ਹੈ ਇਸ ਥਾਂ ਦੋਹਾਂ ਆਦਮੀਆਂ ਵਿੱਚ ਖੂਬ ਹੱਥੋਂ ਪਾਈ ਹੋਈ ਹੈ। ਪੈਰ ਦੇ ਨਿਸ਼ਾਨ ਆਪੋ ਵਿੱਚ ਬਹੁਤ ਕੁਝ ਰਲੇ ਹੋਏ ਹਨ। ਬੈਟਰਮ ਨੇ ਨਿਸ਼ਾਨਾਂ ਦੀ ਦੇਖਭਾਲ ਤਾਂ ਕੀਤੀ, ਪਰ ਨਿਸ਼ਚਿਤ ਰੂਪ ਵਿੱਚ ਕੋਈ ਗੱਲ ਨਾ ਕਹਿ ਸਕਿਆ। ਤਾਂ ਵੀ ਮਿਸਟਰ ਬਲੈਕ ਦੀ ਸੱਚਾਈ ਵਿੱਚ ਉਸਨੂੰ ਕੋਈ ਸੰਦੇਹ ਨਹੀਂ ਸੀ। ਉਹ ਸਾਰੇ ਜਿਸ ਕਮਰੇ ਵਿੱਚ ਪਹਿਲਾਂ ਤੋਂ ਬੈਠੇ ਸਨ, ਉਸੇ ਵਿੱਚ ਫੇਰ ਆ ਗਏ। ਉੱਥੇ ਆ ਕੇ ਮੇਰੀਅਨ ਨੇ ਕਿਹਾ, ਮਿਸਟਰ ਬਲੈਕ, ਕੀ ਤੁਸੀਂ ਇੰਨਾ ਪੁਆੜਾ ਕੇਵਲ ਆਪਣੇ ਸ਼ੱਕ ਮਿਟਾਉਣ ਲਈ ਹੀ ਕੀਤਾ ਹੈ? ਕਿ ਇਸ ਨਾਲ ਤੁਹਾਡਾ ਹੋਰ ਕਿਸੇ ਤਰ੍ਹਾਂ ਸੰਬੰਧ ਨਹੀਂ ਸੀ? ਮਿਸਟਰ ਬਲੈਕ ਨਿਰੁੱਤਰ ਤੇ ਚਿੰਤਾ ਵਿੱਚ ਮਗਨ ਰਿਹਾ। ਮੇਰੀਅਨ ਬੋਲੀ, ਮਿਸਟਰ ਬਲੈਕ, ਕੀ ਤੁਸੀਂ ਕਿਰਪਾ ਕਰਕੇ ਮੇਰੀ ਸਹਾਇਤਾ ਕਰੋਗੇ? ਮੈਂ ਬੜੀ ਬਦਨਸੀਬ ਹਾਂ। ਬਲੈਕ ਨੇ ਹਮਦਰਦੀ ਨਾਲ ਮੇਰੀਅਨ ਦਾ ਹੱਥ ਫੜ ਲਿਆ ਤੇ ਬੋਲਿਆ, ਮਿਸ ਮੇਰੀਅਨ, ਮੈਂ ਸੱਚੇ ਦਿਲ ਨਾਲ ਤੁਹਾਡੀ ਸਹਾਇਤਾ ਕਰਨ ਲਈ ਤਿਆਰ ਹਾਂ, ਪਰ ਮੈਂ ਇਸ ਗੱਲ ਦਾ ਇਕਰਾਰ ਨਹੀਂ ਕਰ ਸਕਦਾ ਕਿ ਤੇਰਾ ਡੀਨ ਕੱਲ ਹੀ ਛੁੱਟ ਜਾਵੇਗਾ। ਮੇਰਾ ਜਿੱਥੋਂ ਤੱਕ ਭਰੋਸਾ ਹੈ ਉਹ ਛੇਤੀ ਹੀ ਇਸ ਜੁਰਮ ਤੋਂ ਛੁਟਕਾਰਾ ਪਾ ਜਾਵੇਗਾ। ਤੂੰ ਬੇਫਿਕਰ ਰਹੋ। ਹੁਣ ਮੈਂ ਇੱਕ ਵਾਰੀ ਡੀਨ ਨਾਲ ਮੁਲਾਕਾਤ ਕਰਾਂਗਾ। ਮੇਰੀਅਨ, ਮਿਸਟਰ ਬਲੈਕ, ਮੈਂ ਵੀ ਕਿਸੇ ਤਰ੍ਹਾਂ ਤੁਹਾਡੇ ਨਾਲ ਜਾ ਸਕਦੀ ਹਾਂ? ਬਲੈਕ, ਕੀ ਤੂੰ ਉਸ ਨੂੰ ਮਿਲਣਾ ਚਾਹੁੰਦੀ ਹੈ? ਚੰਗਾ, ਚੱਲ। ਮੇਰੀਅਨ ਝੱਟ ਉੱਠ ਕੇ ਉਸ ਨਾਲ ਜਾਣ ਲਈ ਤਿਆਰ ਹੋ ਗਈ। ਬਲੈਕ ਉਸ ਨੂੰ ਨਾਲ ਲੈ ਕੇ ਇੱਕ ਲਾਗੇ ਦੇ ਥਾਣੇ ਵਿੱਚ ਗਿਆ। ਥਾਣੇ ਦਾ ਇੰਸਪੈਕਟਰ ਮਿਸਟਰ ਬਲੈਕ ਨੂੰ ਦੇਖ ਕੇ ਅਦਬ ਨਾਲ ਉੱਠ ਖੜੋਤਾ ਤੇ ਬੋਲਿਆ, ਆਓ ਮਿਸਟਰ ਬਲੈਕ, ਅੱਜ ਤੁਹਾਡੇ ਦਰਸ਼ਨ ਦੇਣ ਦਾ ਕਾਰਨ ਕਿਤੇ ਡੀਨ ਦਾ ਮਾਮਲਾ ਤਾਂ ਨਹੀਂ? ਬਲੈਕ ਬੋਲਿਆ, ਤੁਹਾਡਾ ਅਨੁਮਾਨ ਠੀਕ ਹੈ। ਮੈਂ ਡੀਨ ਨੂੰ ਬੇਕਸੂਰ ਸਾਬਤ ਕਰਨ ਲਈ ਹੀ ਆਇਆ ਹਾਂ। ਇੰਸਪੈਕਟਰ ਹੈਰਾਨ ਹੋ ਕੇ ਬੋਲਿਆ, ਇਹ ਤੁਸੀਂ ਕੀ ਕਹਿੰਦੇ ਹੋ ਮਿਸਟਰ ਬਲੈਕ? ਕਿ ਤੁਹਾਡੀ ਕੋਸ਼ਿਸ਼ ਕਿਸੇ ਤਰ੍ਹਾਂ ਸਫਲ ਹੋ ਸਕਦੀ ਹੈ? ਬਲੈਕ ਬੋਲਿਆ, ਜੇ ਇਹ ਗੱਲ ਨਾ ਹੁੰਦੀ ਤਾਂ ਮੈਂ ਤੁਹਾਨੂੰ ਮਿਲਣ ਹੀ ਨਾ ਆਉਂਦਾ। ਅੱਛਾ ਇੰਸਪੈਕਟਰ, ਸਭ ਤੋਂ ਪਹਿਲਾਂ ਮੈਂ ਇਸ ਲੜਕੀ ਨਾਲ ਮਿਸਟਰ ਡੀਨ ਦੀ ਮੁਲਾਕਾਤ ਕਰਾਉਣੀ ਚਾਹੁੰਦਾ ਹਾਂ। ਜਦ ਇਹ ਮੁਲਾਕਾਤ ਕਰਕੇ ਮੁੜ ਆਵੇਗੀ, ਫਿਰ ਮੈਂ ਜਾਵਾਂਗਾ।